परम सत्कारयोग सतगुरां दी साजी और नवाजी हुई साध संगत जीओ, आप माई पाई तनता दे योग हो। आप काफ़ी समय तो ले करके तुर्की बाणी आई तिन सगली चिंत मिटाई जी दे महावाक अनुसार श्रोमणी भगत भगत कबीर जियां दे श्लोक चल रहे सन तां गुरमुख प्यारिओ आओ अपना कल विचार चल रही सी पंडित शिवदत्त। शिवदत्त पंडित गुरु जी दे चरना ते सिर रख के अपना गुरु जी दे हवाले कर दिता। इस दिन तो पंडित शिवदत्त की यह वार्ता सारे शहर में फैल गई कि गुरु जी ने शिवदत्त पंडित नूं श्री रामचंद्र जी के रूप में दर्शन दिते ने ते शिवदत्त उन्हां दा भगत बन गया। ये सारे शहर दे विच पटने शहर दे विच गल फैल गई भी जिहड़ा शिवदत्त पंडित सी अज उस पंडित ने बालक रूप गोविंद राय दे चरणों के उत्ते शीश रख दिता है ते उन्हां दा चेला बन गया। बड़ा शिवदत्त पंडित ने प्रचार किया, भुले भटकियां नूं गुरु दे नाल जोड़ दिता। तां गुरमुख प्यारिओ अगे इतिहास शुरू हुंदा फतेह चंद मैणी दी राणी। एक दिन गुरु जी गंगा किनारे इस घाट उत्ते ही बालकां नाल खेड रहे सन। कि आप जी दे बालक रूप उत्ते राजा फतेह चंद मैणी दी राणी इशनान करन आई ते मोही गई। राणी दे घर संतान नहीं सी, कोई धी पुत्र नहीं सी राणी दे घर, जिस करके आप जी का सुंदर स्वरूप वेख के उसके मन में ये लालसा आई कि जे इन्ना वर्गा मेरे घर पुत्र होवे तां मैं किन्नी वडभागण होवांगी। हुण कलगीधर पातशाह गुरु गोबिंद सिंह महाराज जी वर्गा ना दुनिया ते कोई आया ते ना ही कोई आउणा। इस धरती ते तेरे वर्गा होर ना कोई आया। दे के पौल खंडे धार दी गिद्दड़ा तो शेर बनाया। इसे करके कलंगी वालिया तेनू सब ने शीश नवाया। इस धरती ते तेरे वर्गा होर ना कोई आया। दिल्ली बालू पिता तोड़ के डुबदा धर्म बचाया। चार साहिबजादे गुरा धर्म तो वारे फिर भी शुक्र मनाया। इसे करके कलंगी वालिया
ਤੈਨੂੰ ਸਭ ਨੇ ਸੀਸ ਨਵਾਇਆ। ਇਸ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਐਡਾ ਗੁਰੂ ਕੋਈ ਸੰਸਾਰ ਦੇ ਉੱਤੇ ਨਹੀਂ ਆਇਆ ਹੈ। ਤਾਂ ਗੁਰਮੁਖ ਪਿਆਰਿਓ, ਰਾਣੀ ਮੈਣੀ ਹੁਣ ਆਪਣੇ ਮਨ ਦੇ ਵਿੱਚ ਇੱਛਾ ਧਾਰਨ ਕਰਦੀ ਆ, ਕਹਿੰਦੀ ਜੇ ਕਿਤੇ ਇਹਨਾਂ ਵਰਗਾ ਮੇਰਾ ਪੁੱਤਰ ਹੋਵੇ ਤਾਂ ਮੈਂ ਕਿੰਨੀ ਵਡਭਾਗਣ ਹੋਵਾਂ। ਪੰਡਤ ਸਿਵਦੱਤ ਦੀ ਵਾਰਤਾ ਸੁਣ ਕੇ ਸਭ ਦੀਆਂ ਸਰਧਾ ਗੁਰੂ ਜੀ ਨਾਲ ਅੱਗੇ ਨਾਲੋਂ ਬਥੇਰੇ ਦ੍ਰਿੜ ਹੋ ਗਏ। ਹੋਰ ਵੀ ਸਰਧਾ ਵੱਧ ਗਈ ਆ, ਕਿਉਂਕਿ ਸਿਵਦੱਤ ਪੰਡਤ ਸੀ ਜਿਹੜਾ, ਇਹ ਵੀ ਪੰਡਤ ਮੰਨਿਆ ਪਰਮੰਨਿਆ ਸੀ, ਜਿਹਨੂੰ ਲੱਖਾਂ ਲੋਕੀ ਪੁੱਜਦੇ ਸਨ ਉਸ ਸਮੇਂ। ਹੁਣ ਕਹਿੰਦੇ ਜਦੋਂ ਐਡੇ ਮੰਨੇ ਪਰਮੰਨੇ ਸਿਵਦੱਤ ਪੰਡਤ ਨੇ ਬਾਲਕ ਰੂਪ ਗੋਬਿੰਦ ਰਾਏ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਆ, ਇਹਨਾਂ ਨੇ ਵੀ ਕੁਝ ਦੇਖ ਕੇ ਕੀਤੀ। ਆਖੋ ਸਤਿਨਾਮ। ਇਸ ਕਰਕੇ ਹਰ ਇੱਕ ਲੋੜ ਥੋੜ ਵਾਲੇ ਨੂੰ ਇਹ ਇੱਛਾ ਲੱਗੀ ਰਹੇ ਕਿ ਸਮਾਂ ਮਿਲੇ ਤਾਂ ਮੈਂ ਗੁਰੂ ਜੀ ਤੋਂ ਆਪਣੀ ਮੁਰਾਦ ਪੂਰੀ ਕਰਾਂ, ਮੁਰਾਦਾਂ ਪਾਵਾਂ, ਬੇਨਤੀ ਕਰਾਂ। ਇਹਨਾਂ ਇੱਛਾ ਬਾਨਾਂ ਵਿੱਚੋਂ ਹੀ ਇੱਕ ਰਾਣੀ ਫਤਿਹ ਚੰਦ ਮੈਣੀ ਦੀ ਵੀ ਰਾਣੀ ਸੀ, ਜਿਹਦੇ ਮਨ ਦੇ ਵਿੱਚ ਇੱਛਾ ਸੀ ਵੀ ਮੈਂ ਵੀ ਆਪਣੇ ਮਨ ਦੀ ਇੱਛਾ ਭਾਵਨਾ ਪੂਰੀ ਕਰਾਂ। ਇਹਦੇ ਘਰ ਸਭ ਪਦਾਰਥ ਹੁੰਦਿਆਂ ਵੀ ਇੱਕ ਬਾਲਕ ਦੀ ਘਾਟ ਸੀ। ਘਰ ਸੁੰਨਾ ਸੁੰਨਾ ਤੇ ਵਿਹੜਾ ਸਖਣਾ ਜਾਪਦਾ ਸੀ। ਦੇਖੋ ਗੁਰਮੁਖ ਪਿਆਰਿਓ, ਘਰ ਦੇ ਵਿੱਚ ਨਿੱਕਾ ਜਿਹਾ ਬਾਲਕ ਹੁੰਦਾ, ਸਾਰਾ ਪਰਿਵਾਰ ਖੇਡ ਲੱਗਿਆ ਰਹਿੰਦਾ। ਕਦੇ ਕੋਈ ਚੱਕ ਲੈਂਦਾ, ਕਦੇ ਕੋਈ ਚੱਕ ਲਿਆ, ਕਦੇ ਦਾਦੀ ਨੇ ਚੱਕ ਲਿਆ, ਕਦੇ ਦਾਦੇ ਨੇ ਚੱਕ ਲਿਆ, ਕਦੇ ਚਾਚੀ ਨੇ ਚੱਕ ਲਿਆ, ਕਦੇ ਚਾਚੇ ਨੇ ਚੱਕ ਲਿਆ। ਇਸੇ ਤਰ੍ਹਾਂ ਸਾਰੇ ਖੇਡ ਲੱਗੇ ਰਹਿੰਦੇ ਨੇ, ਬੱਚੇ ਨੂੰ ਬੁਲਾਉਂਦੇ ਨੇ, ਰੌਣਕ ਬਣੀ ਰਹਿੰਦੀ ਆ। ਉਹੀ ਬੱਚਾ ਜਦੋਂ ਕਿਤੇ ਨਾਨਕੇ ਚਲਿਆ ਜਾਵੇ ਜਾਂ ਕਿਤੇ ਹੋਰ ਰਿਸ਼ਤੇਦਾਰੀ ਚਲੇ ਜਾਵੇ ਤੇ ਘਰ ਸੁੰਨਾ ਸੁੰਨਾ ਲੱਗਣ ਲੱਗ ਜਾਂਦਾ। ਆਖੋ ਸਤਿਨਾਮ। ਹੁਣ ਰਾਣੀ ਦਾ ਘਰ ਸੁੰਨਾ ਸੁੰਨਾ, ਵਿਹੜਾ ਸਖਣਾ ਸਖਣਾ ਜਾਪਦਾ ਸੀ। ਪੰਡਤ ਸਿਵਦੱਤ ਦੀ ਦਰਸ਼ਨ ਪ੍ਰੀਖਿਆ ਵਾਲੀ ਗੱਲ ਸੁਣ ਕੇ ਦੋਵੇਂ ਪਤੀ ਪਤਨੀ ਗੁਰੂ ਜੀ ਦੇ ਪੱਕੇ ਸ਼ਰਧਾਲੂ ਹੋ ਗਏ। ਰਾਜਾ ਅਤੇ ਰਾਣੀ ਇਹ ਦੋਨੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਆ। ਅਤੇ ਲੱਗੇ ਰਾਤ ਦਿਨ ਆਪ ਜੀ ਦਾ ਚਿੰਤਨ ਕਰਨ, ਸਿਮਰਨ ਕਰਨ, ਯਾਦ ਕਰਨ। ਸਿਵਦੱਤ ਪੰਡਤ ਅੱਗੋਂ ਵੀ ਹੱਥ ਜੋੜ ਕੇ ਬੇਨਤੀਆਂ ਕੀਤੀਆਂ। ਸਿਵਦੱਤ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਪੰਡਤ ਜੀ ਤੁਸੀਂ ਹੀ ਗੁਰੂ ਜੀ ਨੂੰ ਬੇਨਤੀ ਕਰਕੇ ਸਾਨੂੰ ਪੁੱਤਰ ਦਾ ਵਰ ਦਿਵਾ ਦਿਓ। ਤੁਸੀਂ ਬੇਨਤੀ ਕਰਦੇ ਹੋ ਪੁੱਤਰ ਦਾ ਵਰ ਦਿਵਾ ਦਿਓ। ਤਾਂ ਗੁਰਮੁਖ ਪਿਆਰਿਓ, ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ 6 ਗੁਰੂਆਂ ਦੀ ਸੇਵਾ ਕੀਤੀ ਆ। 6 ਗੁਰੂਆਂ ਦੀ ਸੇਵਾ ਕੀਤੀ ਹੈ ਧੰਨ ਬਾਬਾ ਬੁੱਢਾ ਜੀ। ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤਿਲਕ ਲਾਇਆ ਤਾਂ ਧੰਨ ਬਾਬਾ ਬੁੱਢਾ ਜੀ ਨੇ ਲਾਇਆ 5 ਪੈਸੇ ਨਾਰੀਅਲ। ਜੇ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਬਾਬਾ ਬੁੱਢਾ ਜੀ ਨੇ। ਜੇ ਗੁਰੂ ਰਾਮਦਾਸ ਮਹਾਰਾਜ ਨੂੰ ਤਿਲਕ ਲਾਇਆ ਤਾਂ ਬਾਬਾ ਬੁੱਢਾ ਜੀ ਨੇ। ਜੇ ਗੁਰਮੁਖ ਪਿਆਰਿਓ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਤਾਂ ਬਾਬਾ ਬੁੱਢਾ ਜੀਆਂ ਨੇ, ਜੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਤਿਲਕ ਲਾਇਆ ਤਾਂ ਬਾਬਾ ਬੁੱਢਾ ਜੀ ਨੇ ਲਾਇਆ। ਤੇ ਬਾਬਾ ਬੁੱਢਾ ਜੀ ਦੇ ਉਹ ਗੁਰੂ ਘਰ ਦੇ ਵਜ਼ੀਰ ਸਨ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠ ਕੇ ਸੁਣਿਆ ਕਰਦੇ ਸੀ, ਜਿਨ੍ਹਾਂ ਦੇ ਬਚਨ ਪੂਰੇ ਹੁੰਦੇ ਸੀ। ਜਿੱਥੇ ਗੁਰਮੁਖ ਪਿਆਰੇ ਗੁਰੂ ਦੇ ਬਚਨ ਪੂਰੇ ਹੁੰਦੇ ਆ ਨਾ, ਤੇ ਜਿਹੜੇ ਗੁਰੂ ਦੇ ਸੇਵਕ ਹੁੰਦੇ ਨੇ ਤੇ ਉਹਨਾਂ ਦੇ ਵੀ ਬਚਨ ਪੂਰੇ ਹੁੰਦੇ ਨੇ। ਆਖੋ ਸਤਿਨਾਮ। ਪਰ ਬਚਨ ਮੰਨਣ ਵਾਲਾ ਵੀ ਹੋਣਾ ਚਾਹੀਦਾ ਨਾ ਕੋਈ। ਮਹਾਰਾਜ ਜੀ ਤਾਂ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀਐ। ਜਿਹੜੇ ਗੁਰੂ ਦਾ ਬਚਨ ਕਮਾਉਂਦੇ ਨੇ, ਰੱਬ ਦੇ ਪਿਆਰਿਆਂ ਦਾ, ਸਾਧੂ ਸੰਤਾਂ ਮਹਾਂਪੁਰਸ਼ਾਂ ਦਾ ਬਚਨ ਕਮਾਉਂਦੇ ਨੇ, ਮਹਾਰਾਜ ਜੀ ਕਹਿੰਦੇ ਭਾਈ ਉਹ ਤਰ ਜਾਂਦੇ ਨੇ। ਆਖੋ ਸਤਿਨਾਮ। ਜਿਹੜੇ ਨਹੀਂ ਕਮਾਉਣਗੇ ਬਚਨ, ਪਰ ਉਹ ਜਿਵੇਂ ਚੱਲ ਰਹੇ ਉਹਦਾ ਚੱਲੇ ਰਹੇ ਨੇ, ਉਹਦਾ ਕੋਈ ਰੌਲਾ ਹੀ ਨਹੀਂ ਆ। ਜੇ ਰੱਬ ਦੇ ਪਿਆਰਿਆਂ ਨੇ ਬਚਨ ਕਰ ਦਿੱਤਾ ਵੀ ਗੁਰੂ ਦੇ ਨਾਲ ਜੁੜ ਜਾਓ, ਗੁਰੂ ਘਰ ਆਇਆ ਕਰੋ, ਆਓਗੇ ਤੇ ਬਚਨ ਕੰਮ ਕਰ ਜਾਣਗੇ, ਨਹੀਂ ਆਓਗੇ ਤੇ ਬਚਨ ਨਹੀਂ ਕੰਮ ਕਰਨੇ। ਆਖੋ ਸਤਿਨਾਮ। ਜੇ ਮੰਨਾਂਗੇ ਤਾਂ ਹੀ ਉਹ ਕੰਮ ਕਰਨਗੇ ਨਾ, ਜੇ ਮੰਨੇ ਨਹੀਂ ਫਿਰ ਨਹੀਂ ਕੰਮ ਕਰਦੇ। ਤਾਂ ਗੁਰਮੁਖ ਪਿਆਰਿਓ, ਬਾਬਾ ਬੁੱਢਾ ਜੀ ਜਿਨ੍ਹਾਂ ਦਾ ਅੱਜ ਅਖੰਡ ਪਾਠਾਂ ਸਾਹਿਬ ਦੇ ਭੋਗ ਪੈਣੇ ਨੇ, ਅਖੰਡ ਪਾਠ ਸਾਹਿਬ ਦੇ ਅੱਜ ਨਗਰਾਂ ਦੇ ਵਿੱਚ ਭੋਗ ਪੈਣੇ ਨੇ। ਤਾਂ ਗੁਰਮੁਖ ਪਿਆਰਿਓ, ਬਾਬਾ ਬੁੱਢਾ ਜੀ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਹੈ, ਬਾਬਾ ਬੁੱਢਾ ਜੀਆਂ ਦੇ ਬਚਨਾਂ ਦੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ ਸੀ। ਆਖੋ ਸਤਿਨਾਮ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ ਸੀ। ਇਸ ਕਰਕੇ ਧੰਨ ਬਾਬਾ ਬੁੱਢਾ ਜੀ ਬਹੁਤ ਵੱਡੇ ਪਰਉਪਕਾਰੀ ਸੀ। ਰਾਜਾ ਤੇ ਰਾਣੀ ਨੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਪੰਡਤ ਜੀ, ਤੁਸੀਂ ਹੀ ਗੁਰੂ ਜੀ ਨੂੰ ਬੇਨਤੀ ਕਰਕੇ ਸਾਨੂੰ ਪੁੱਤਰ ਦੀ ਦਾਤ ਦਵਾ ਦਿਓ, ਪੁੱਤਰ ਦੀ ਵਰ ਦਵਾ ਦਿਓ। ਪਰ ਸ਼ਿਵ ਦੱਤ ਇਹਨਾਂ ਨੂੰ ਧੀਰਜ ਦਿੰਦਾ ਅਤੇ ਕਹਿੰਦਾ ਉਹ ਸਭ ਦੇ ਦਿਲਾਂ ਦੀਆਂ ਜਾਣਨਹਾਰ ਹਨ। ਸਤਿਗੁਰੂ ਸਭ ਦੇ ਦਿਲਾਂ ਦੀਆਂ ਜਾਣਨਹਾਰ ਹਨ। ਤੁਸੀਂ ਪ੍ਰੇਮ ਨਾਲ ਘਰ ਬੈਠੇ ਹੀ ਉਹਨਾਂ ਨੂੰ ਯਾਦ ਕਰੋ ਅਤੇ ਆਪਣੇ ਆਪ ਪ੍ਰੇਮ ਵਸ ਹੋ ਕੇ ਤੁਹਾਡੇ ਘਰ ਆਉਣਗੇ। ਆਖੋ ਸਤਿਨਾਮ। ਤੁਸੀਂ ਉਹਨਾਂ ਨੂੰ ਯਾਦ ਕਰੋ, ਉਹਨਾਂ ਨੂੰ ਚੇਤੇ ਕਰੋ, ਅਰਦਾਸ ਕਰੋ, ਬੇਨਤੀਆਂ ਕਰੋ ਤੇ ਤੁਹਾਡੇ ਘਰੇ ਚੱਲ ਕੇ ਆ ਜਾਣਗੇ। ਆਖੋ ਸਤਿਨਾਮ। ਸ਼ਿਵ ਦੱਤ ਦੀ ਇਹ ਗੱਲ ਮੰਨ ਕੇ ਰਾਜਾ ਤੇ ਰਾਣੀ ਲੱਗੇ ਦਿਨ ਰਾਤ ਆਪ ਜੀ ਨੂੰ ਯਾਦ ਕਰਨ ਵਾਸਤੇ। ਅਤੇ ਆਰਾਧਨ ਕਰਦੇ ਨੇ, ਚੇਤੇ ਕਰਦੇ ਨੇ। ਕੁਝ ਦਿਨਾਂ ਉਪਰੰਤ ਜਦੋਂ ਰਾਜਾ ਤੇ ਰਾਣੀ ਦੀ ਇੱਛਾ ਤੀਬਰ ਹੋ ਗਈ, ਇੱਛਾ ਵੱਧ ਗਈ, ਤਾਂ ਗੁਰੂ ਜੀ ਬਾਲਕਾਂ ਨਾਲ ਖੇਡਦੇ ਖੇਡਦੇ ਰਾਣੀ ਮੈਣੀ ਦੇ ਘਰ ਚਲੇ ਗਏ। ਆਖੋ ਸਤਿਨਾਮ। ਅੱਗੇ ਰਾਣੀ ਮੈਣੀ ਇਕਾਂਤ ਸਮਾਧੀ ਲਾ ਕੇ ਬੈਠੀ ਸੀ। ਇਕਾਂਤ ਵਿੱਚ
ਰਾਣੀ ਮੈਣੀ ਇਕਾਂਤ ਸਮਾਧੀ ਲਾ ਕੇ ਆਪ ਜੀ ਨੂੰ ਯਾਦ ਕਰ ਰਹੀ ਸੀ, ਚੇਤੇ ਕਰ ਰਹੀ ਸੀ। ਆਪ ਜੀ ਚੁੱਪ ਕਰਕੇ ਹੀ ਰਾਣੀ ਦੀ ਗੋਦੀ ਵਿੱਚ ਬੈਠ ਕੇ ਪਿਆਰ ਨਾਲ ਕਿਹਾ, ਮਾਂ ਜੀ, ਮਾਂ ਜੀ ਕਹਿਣ ਲੱਗ ਪਏ। ਇਹ ਪਿਆਰੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲੀਆਂ ਤੇ ਗੁਰੂ ਜੀ ਨੂੰ ਗੋਦ ਵਿੱਚ ਬੈਠਾ ਵੇਖ ਕੇ ਬੜੀ ਖੁਸ਼ ਹੋਈ। ਇਸ ਤਰ੍ਹਾਂ ਭਾਈ ਸਤਿਗੁਰੂ ਇੱਛਾ ਪੂਰੀਆਂ ਕਰਦੇ ਨੇ, ਅੱਜ ਵੀ ਇੱਛਾ ਪੂਰੀਆਂ ਕਰਦੇ ਨੇ। ਅੱਜ ਵੀ ਜੋ ਮੰਗਾਂਗੇ ਉਹੀ ਮਿਲੇਗਾ। ਮਹਾਰਾਜ ਜੀ ਕਹਿੰਦੇ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਅੱਜ ਵੀ ਗੁਰੂ ਜੀ ਕਿਤੇ ਗਏ ਥੋੜੂ ਆ ਤਾਂ ਸਾਡੇ ਅੰਗ ਸੰਗ ਨੇ, ਪਰ ਸਾਨੂੰ ਹੀ ਨਹੀਂ ਦਿਖ ਰਹੇ। ਸਾਡੇ ਅੰਗ ਸੰਗ ਨੇ ਉਹ ਵਾਹਿਗੁਰੂ ਪਰਮੇਸ਼ਰ। ਤਾਂ ਗੁਰਮੁਖ ਪਿਆਰੇ, ਜਦੋਂ ਆਰਾਧਨ ਕੀਤਾ, ਚਿੰਤਨ ਕੀਤਾ, ਇਹ ਪਿਆਰੀ ਆਵਾਜ਼ ਜਦੋਂ ਮਾਂ ਜੀ ਦੋ ਤਿੰਨ ਵਾਰੀ ਆਖਿਆ, ਇਹ ਪਿਆਰੀ ਆਵਾਜ਼ ਸੁਣ ਕੇ ਰਾਣੀ ਨੇ ਅੱਖਾਂ ਖੋਲੀਆਂ ਤੇ ਗੁਰੂ ਜੀ ਨੂੰ ਗੋਦੀ ਵਿੱਚ ਬੈਠਾ ਵੇਖ ਕੇ ਬੜੀ ਖੁਸ਼ ਹੋਈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ, ਮਾਂ ਜੀ, ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ। ਤੁਹਾਡੀ ਇੱਛਾ ਸੀ ਕਿ ਤੁਹਾਡੇ ਘਰ ਮੇਰੇ ਵਰਗਾ ਪੁੱਤਰ ਪੈਦਾ ਹੋਵੇ। ਸੋ ਮੇਰੇ ਵਰਗਾ ਮੈਂ ਹੀ ਹਾਂ, ਤੁਸੀਂ ਮੈਨੂੰ ਆਪਣਾ ਹੀ ਪੁੱਤਰ ਸਮਝ ਲਓ। ਆਖੋ ਸਤਨਾਮ। ਮੇਰੇ ਵਰਗਾ ਤਾਂ ਮੈਂ ਹੀ ਆ ਤੇ ਤੁਸੀਂ ਮਾਤਾ ਜੀ ਮੈਨੂੰ ਆਪਣਾ ਪੁੱਤਰ ਸਮਝ ਲਓ। ਤਾਂ ਗੁਰਮੁਖ ਪਿਆਰਿਓ, ਰਾਣੀ ਮੈਣੀ ਨੇ ਆਪ ਜੀ ਦੇ ਇਹ ਪਿਆਰੇ ਬਚਨ ਸੁਣ ਕੇ ਆਪ ਜੀ ਦੇ ਨਾਲ ਬਹੁਤ ਪਿਆਰ ਕੀਤਾ ਅਤੇ ਪ੍ਰਸੰਨਤਾ ਖੁਸ਼ੀ ਨਾਲ ਆਪ ਜੀ ਤੇ ਆਪ ਜੀ ਦੇ ਸਾਥੀ ਬਾਲਕਾਂ ਬਾਤੇ ਨੌਕਰਾਂ ਨੂੰ ਮਠਿਆਈਆਂ ਲਿਆਉਣ ਵਾਸਤੇ ਕਿਹਾ। ਪਰ ਗੁਰੂ ਜੀ ਨੇ ਪਿਆਰ ਨਾਲ ਕਿਹਾ, ਮਾਤਾ ਜੀ, ਬਾਜ਼ਾਰ ਤੋਂ ਕੁਝ ਨਹੀਂ ਮੰਗਵਾਉਣਾ। ਅਸੀਂ ਖੇਡਦੇ ਖੇਡਦੇ ਆਏ ਹਾਂ ਤੇ ਸਾਨੂੰ ਭੁੱਖ ਲੱਗੀ ਹੈ। ਜੋ ਕੁਛ ਘਰ ਵਿੱਚ ਹੈ ਸੋ ਦੇ ਦਿਓ, ਬਾਹਰੋਂ ਨਹੀਂ ਮੰਗਵਾਉਣਾ। ਕਹਿੰਦੇ ਜੋ ਕੁਛ ਘਰ ਵਿੱਚ ਆ ਉਹ ਹੀ ਦੇ ਦਿਓ। ਮਾਤਾ ਮੈਣੀ ਜੀ ਨੂੰ ਆਪ ਜੀ ਦੇ ਬਚਨਾਂ ਤੇ ਬਹੁਤ ਸਰਧਾ ਹੋ ਗਈ। ਇਸ ਬਾਤ ਤੇ ਉਸ ਵੇਲੇ ਸੋਲਿਆਂ ਦੀਆਂ ਘੁੰਗਣੀਆਂ ਜੋ ਘਰ ਵਿੱਚ ਤਿਆਰ ਸਨ, ਉਹਨਾਂ ਬਾਲਕਾਂ ਨੂੰ ਸਕਾ ਦਿੱਤੀਆਂ। ਇਸ ਤੋਂ ਉਪਰੰਤ ਆਪ ਜੀ ਬਾਲਕਾਂ ਨਾਲ ਦੂਏ ਤੀਏ ਦਿਨ ਮੈਣੀ ਦੇ ਘਰ ਜਾ ਕੇ ਖੇਡਿਆ ਕਰਦੇ ਅਤੇ ਉਸਦੇ ਬਗੀਚੇ ਵਿੱਚ ਨਿੱਕੇ ਨਿੱਕੇ ਬੂਟੇ ਲਾਉਂਦੇ ਰਹਿੰਦੇ। ਤੇ ਰਾਜਾ ਫਤਿਹ ਚੰਦ ਨੇ ਆਪ ਜੀ ਦੇ ਸਤਿਕਾਰ ਵਿੱਚ ਇਹ ਆਪਣਾ ਮਕਾਨ ਹੀ ਗੁਰੂ ਜੀ ਦੇ ਅਰਪਣ ਕਰ ਦਿੱਤਾ। ਆਖੋ ਸਤਨਾਮ। ਆਪਣਾ ਮਹਿਲ, ਆਪਣਾ ਸਾਰਾ ਕੁਝ ਹੀ ਗੁਰੂ ਦੇ ਅਰਪਣ ਕਰ ਦਿੱਤਾ। ਸਿੱਖ ਗੁਰਮੁਖ ਪਿਆਰਿਓ, ਗੁਰੂ ਨੂੰ ਮਹਾਰਾਜ ਜੀ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਫਿਰ ਕਿਤੇ ਕਿਰਪਾ ਹੁੰਦੀ ਹੈ ਭਾਈ। ਜਦੋਂ ਅਸੀਂ ਹੁਕਮ ਮੰਨਾਂਗੇ ਨਾ, ਗੁਰੂ ਨੂੰ ਆਪਣਾ ਤਨ ਦਾ ਮਤਲਬ ਸਰੀਰ, ਧਨ ਦਾ ਮਤਲਬ ਮਾਇਆ, ਤਨ ਧਨ ਸਭ ਸੌਂਪ ਗੁਰੂ ਕੋ। ਕਹਿੰਦੇ ਸਭ ਕੁਝ ਗੁਰੂ ਨੂੰ ਸੌਂਪਦੇ ਆਪਣਾ ਆਪ। ਹੁਕਮ ਮੰਨ ਲਾ
फिर तेनों सब कुछ प्राप्त हो जाना। आखो सतनाम। हुण ना तो असीं तन सौंपण नूं तैयार हाँ, तन 5 मिनट नहीं बैठण दिंदे, चलो घर नूं। ना असीं धन सौंपण वास्ते तैयार हाँ, धन माया पैसे वो भी देखते जे कोई नोट पाटिया जा होवे भी चलो जिहड़ा दुकानां ते ना चले भी बाबे ने किहड़ा बोलना, गोलक दे विच पा दो, आप ही सैट जे करते फिरी जाणगे। फिर बेचारे बोवी वर्ग नूं चेपियां लाउंदे फिरी जांदे भी किते नूं किते माड़ा मोटा चल जे बेचारा। इस करके जिहड़ा सिख हुंदा ना वो चाहुंदा भी सब तो वधिया वस्तु, सब तो वधिया वस्तु मेरे गुरु कोल होवे। आखो सतनाम। अगे पुरातन सिंह सी जिहड़े ना वो ये चाहुंदे हुंदे सी, उन्हां दे मन की ये इच्छा हुंदी सी भी जिहड़ी सब तो सोहणी चीज़ आ, सब तो वधिया चीज़ आ भी वो मैं गुरु नूं लैके देवां, गुरु दी खुशियां प्राप्त करा। निक्के निक्के गल्लां तो बड़ियां गुरु दी खुशियां प्राप्त करदे सी अगे सिंह। तां गुरमुख प्यारिओ, तन मन धन सब सौंप गुर को हुक्म मन्निया पाईए। कहने सब कुछ गुरु नूं सौंप के फिर हुक्म मनो, फिर कृपा होनी आ। तां गुरमुख प्यारिओ, राजा फतेह चंद ने अपने आप जी ने सतगुरु जी के सत्कार विच ये अपना महल ही गुरु जी नूं सौंप दिता, जो अज गुरुद्वारा मैणी संगत करके प्रसिद्ध आ। मैणी संगत करके इस जगह के उत्ते अज गुरुद्वारा प्रसिद्ध है। अते हुण तक संगत नूं घुंगणियां दा प्रसाद वरताया जांदा। उत्थे आनंदपुर नूं जाण समय आप जी की यादगार तौर पर राणी नूं अपने पैरों के मोजे तस्वीर एक कटार दे गए सन। जदों जाना सी ना, गुरु गोबिंद सिंह महाराज जी ने आनंदपुर साहिब नूं एक अपने निक्के निक्के चरणों के मोजे ते एक कटार ते एक अपनी तस्वीर ते राणी नूं दे गए सन, जो अज तक गुरुद्वारा मैणी संगत विच यात्रुओं नूं विखाईयां जांदियां। अज भी यात्रु उन्हां दे दर्शन करदे आ। तां गुरमुख प्यारिओ, जदों जाण लगे राणी ने निक्के निक्के चरण फड़ के इन्ना मोह पा बैठी गुरु जी दे नाल ते अपना पुत्री बना लिया सी। आखो सतनाम। तां जदों जाण लगे राणी नूं पता लग्या कि सतगुरु आनंदपुर साहिब नूं जा रहे ने, तां गुरमुख प्यारिओ राणी भज्जी भज्जी आई, चरनां दे उत्ते डिग पई। सतगुरु कित्थे चलिओ विछोड़ा पा के, अखियां हाजे नहीं हो रजियां। कित्थे चलिओ विछोड़ा पा के, हजे अखियां नहीं रजियां, तुसी ना जाओ। कहंदे माता जी सानू साडे पिता गुरु तेग बहादुर महाराज जी ने बुलाया ते सानू जाना पैना है। इस करके आ तुसी चरनां दे मौजे ते कटार तस्वीर रखो। जदों भी तुसी इन्हां नूं धो बत्ती करके तुसी याद करया करोगे तां तुहानूं मेरे दर्शन हो जाया करनगे। आखो सतनाम। दर्शन हो जाया करनगे। जदों असी गुरमुख प्यारे गुरु दी निशानियां नूं प्यार करदे आ ना, ते गुरु दे ही दर्शन हो जाते हैं। गुरु दी हर चीज़ प्यारी हुंदी आ, निंदन योग नहीं हुंदी। अज गुरमुख प्यारे गुरु दी निशानियां नूं ही लोकी निंदना शुरू कर दिंदे ने। जोत दा की फायदा जी, आ कुंभ घड़ा जल दा की फायदा जी,
ਕੱਲ੍ਹ ਨੂੰ ਕਹਿਣਗੇ ਜਿਹੜੇ ਚੌਰ ਸਾਹਿਬ ਕਰਦੇ ਇਹਨਾਂ ਦਾ ਕੀ ਫਾਇਦਾ ਜੀ। ਇਹ ਨਹੀਂ ਪਤਾ ਵੀ ਕਹਿਣਗੇ ਵੀ ਜਿਹੜੇ ਰੁਮਾਲੇ ਲਾਉਂਦੇ ਆਪਾਂ ਗੁਰਦੁਆਰੇ, ਕਹਿੰਦੇ ਨੇ ਅੱਜ ਵੀ ਸੁਣਦੇ ਹੀ ਆ ਰੁਮਾਲਿਆਂ ਬਾਰੇ ਵੀ, ਟਿਕਾ ਟਿੱਪਣੀ ਵੀ ਇੰਨੇ ਨੇ ਮਹਿੰਗੇ ਰੁਮਾਲੇ ਲਾਉਣ ਦਾ ਕੀ ਫਾਇਦਾ ਜੀ। ਇਸ ਕਰਕੇ ਗੁਰੂ ਤੇ ਕਦੇ ਵੀ, ਗੁਰੂ ਦੀਆਂ ਚੀਜ਼ਾਂ ਤੇ ਗੁਰੂ ਤੇ ਕਦੇ ਵੀ ਸ਼ੰਕਾ ਨਾ ਕਰੋ। ਜਿਹੜਾ ਸ਼ੰਕਾ ਕਰਦਾ ਉਹ ਫਿਰ ਡੁੱਬਿਆ, ਲਾਓ ਆਖੋ ਸਤਨਾਮ। ਇਹ ਗੁਰੂ ਦੀਆਂ ਚੀਜ਼ਾਂ ਨੇ ਗੁਰਮੁਖ ਪਿਆਰਿਓ, ਨਿਸ਼ਾਨੀਆਂ ਨੇ। ਸਾਡਾ ਸਤਿਕਾਰ ਕਰਦਾ, ਸਾਡਾ ਫਰਜ਼ ਬਣਦਾ ਸਤਿਕਾਰ ਕਰਨਾ। ਇਸ ਕਰਕੇ ਚਰਨਾਂ ਦੇ ਜੋੜੇ ਦੇ ਦਿੱਤੇ, ਕਟਾਰ ਦੇ ਦਿੱਤੀ, ਤਸਵੀਰ ਦੇ ਦਿੱਤੀ। ਮਾਤਾ ਜੀ ਇਹਨਾਂ ਨੂੰ ਤੁਸੀਂ ਧੂਪ ਬੱਤੀ ਕਰਿਆ ਕਰੋਗੇ, ਜਦੋਂ ਜੋਤ ਲਗਾ ਕੇ ਧੂਪ ਬੱਤੀ ਕਰਿਆ ਕਰੋਗੇ ਤੇ ਤੁਹਾਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਆਖੋ ਸਤਨਾਮ। ਤੁਹਾਡੇ ਸਾਡੇ ਇਹਨਾਂ ਵਿੱਚੋਂ ਤੁਹਾਨੂੰ ਦਰਸ਼ਨ ਹੋ ਜਾਣਗੇ। ਗੁਰੂ ਘਰ ਦੀ ਜਿਹੜੀ ਜੋਤ ਚੱਲਦੀ ਨੇ ਇੱਕ ਬਹੁਤ ਵੱਡੀ ਮਹਾਨਤਾ ਰੱਖਦੀ ਆ। ਸਵਾ ਮਹੀਨਾ ਜੋਤ ਦੇ ਵਿੱਚ ਘਿਓ ਪਾਉਣਾ ਸ਼ੁਰੂ ਕਰ ਦਿਓ। ਜੇ ਤੁਹਾਡੇ ਮਨ ਦੀ ਇੱਛਾ ਭਾਵਨਾ ਨਾ ਪੂਰੀ ਹੋਈ ਤਾਂ ਮੈਨੂੰ ਫੜ ਲਿਓ ਕਿ ਬਾਬਾ ਜੀ ਸਾਡੀ ਤਾਂ ਕੰਮੇ ਨਹੀਂ ਬਣਿਆ। ਇਹ ਕੁਦਰਤੀ ਚੀਜ਼ਾਂ ਨੇ, ਜੋਤ, ਦੇਗ, ਕੁੰਭ, ਇਹ ਗੁਰੂ ਦੇ ਨਾਲ ਸੰਬੰਧਿਤ ਚੀਜ਼ਾਂ ਨੇ। ਜਿੱਥੇ ਗੁਰੂ ਜੀ ਨੇ ਉੱਥੇ ਜੋਤ ਹੋਵੇਗੀ, ਉੱਥੇ ਦੇਗ ਚੱਲੇਗੀ, ਉੱਥੇ ਕੁੰਭ ਹੋਵੇਗਾ। ਇਹ ਜਿਹੜਾ ਜਲ ਹੁੰਦਾ, ਕੁੰਭ ਹੁੰਦਾ, ਇਹਦੇ ਉੱਤੇ ਛੇਤੀ ਅਸਰ ਹੋ ਜਾਂਦਾ ਬਾਣੀ ਦਾ, ਕਿਉਂਕਿ ਨਿਰਮਲ ਹੁੰਦਾ, ਸਾਫ਼ ਹੁੰਦਾ, ਸ਼ੁੱਧ ਹੁੰਦਾ, ਇਹਦੇ ਉੱਤੇ ਛੇਤੀ ਅਸਰ ਹੋ ਜਾਂਦਾ। ਤਾਂ ਗੁਰਮੁਖ ਪਿਆਰਿਓ, ਜੋਤ ਦੇ ਵੀ ਬਹੁਤ ਵੱਡੇ ਵੱਡੇ ਗੁਣ ਨੇ। ਜੋਤ ਬੰਦ ਕਰ ਦਿਓ ਤੁਸੀਂ, ਚੜ੍ਹਦੀ ਕਲਾ ਹੋਣੋਂ ਹਟ ਜੂ। ਲੈ ਜੋਤ ਲਾਉਣ ਲੱਗ ਜਿਓ ਗੁਰਮੁਖ ਪਿਆਰਿਓ, ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਤੇ ਹੋ ਜਾਊਗਾ। ਕਿਉਂ ਹਰਿਮੰਦਰ ਸਾਹਿਬ ਕਿਉਂ ਜੋਤ ਲਾਈ ਜਾਂਦੀ ਆ? ਜੋਤ ਜਗਦੀ ਆ, ਪੰਜੇ ਤਖਤਾਂ ਦੇ ਉੱਤੇ ਜੋਤ ਜਗਦੀ ਆ। ਜਿੱਥੇ ਮਰਜੀ ਚਲੇ ਜਾਓ, ਜਿਹੜੇ ਇਤਿਹਾਸ ਗੁਰਦੁਆਰਾ ਸਾਹਿਬ ਨੇ ਜੋਤ ਜਗਦੀ ਆ। ਇਹ ਵੀ ਕੋਈ ਕਾਰਨ ਹੈ, ਗੁਰੂਆਂ ਨੇ ਐਵੇਂ ਨਹੀਂ ਜੋਤਾਂ ਜਗਾਈਆਂ। ਬਾਕੀ ਮਨ ਘੜਤ ਗੱਲਾਂ ਨੇ, ਜਿੰਨੀਆਂ ਮਰਜੀ ਆਪਾਂ ਬਣਾ ਲਈਏ ਉਨੀਆਂ ਬਣ ਜਾਂਦੀਆਂ। ਇੱਕ ਰਾਤ ਕੌਤਕ ਦੇਖਿਆ ਮੈਨੇ, ਅਸੀਂ ਰਾਤ ਆਪਣੀ ਜੋਤ ਬੰਦ ਕਰਕੇ ਪਏ ਹਾਂ। ਜਦੋਂ ਜੋਤ ਬੰਦ ਕਰਕੇ ਪਿਆ, ਨਾਲੇ ਮੈਂ ਖੁਦ ਆਪ ਕੀਤੀ ਹੈ ਵੀ ਬੰਦ ਕਰਕੇ ਵਧਾ ਕੇ, ਜਦੋਂ ਸਵੇਰੇ ਆ ਕੇ ਦੇਖੀ ਤਾਂ ਜਗਦੀ ਪਈ ਸੀ। ਆਖੋ ਸਤਨਾਮ। ਇਹ ਨੇ ਭਾਈ ਕੌਤਕ, ਇਹ ਵਰਤਦੇ ਨੇ ਕੌਤਕ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ। ਹੁਣ ਦੇਖੋ ਵੀ ਜਿੰਦੇ ਲੱਗੇ ਹੋਏ ਨੇ ਤੇ ਜੋਤ ਕਿਹੜਾ ਜਗਾ ਗਿਆ? ਬੰਦ ਕਰਕੇ ਪਿਆ, ਖੁਦਾ ਬੰਦ ਕੀਤੀ ਆ। ਇਸ ਕਰਕੇ ਇਹੋ ਜਿਹੇ ਕੌਤਕ ਬੜੇ ਵਰਤਦੇ ਨੇ। ਰਾਤ ਨੂੰ ਮੈਂ ਬਾਹਰ ਨਿਕਲ ਕੇ 12 ਵਜੇ ਦੇਖਦਾ ਹੁੰਨਾ ਤੇ ਗੁਰਮੁਖ ਪਿਆਰਿਓ, ਇੰਜ ਆਵਾਜ਼ਾਂ ਸੁਣਦੀਆਂ ਨੇ ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਤੁਰਿਆ ਫਿਰਦਾ ਹੁੰਦਾ। ਆਖੋ ਸਤਨਾਮ। ਇਹ ਕੌਤਕ ਹੁੰਦੇ ਨੇ ਗੁਰੂ ਘਰ ਦੇ ਵਿੱਚ। ਸ਼ਕਤੀਆਂ ਦੇ ਅਗੰਬੀ ਪਹਿਰੇ ਲੱਗੇ ਹੁੰਦੇ ਨੇ। ਸਿੰਘਾਂ ਸ਼ਹੀਦਾਂ ਦੇ 24 ਘੰਟੇ ਗੁਰੂ ਦੇ ਆਲੇ ਦੁਆਲੇ ਪਹਿਰੇ ਲੱਗੇ ਹੁੰਦੇ ਨੇ। ਇਸ ਕਰਕੇ ਭਾਈ ਗੁਰਾਂ ਦੇ ਕੋਲ ਇਸ ਤਰ੍ਹਾਂ ਦੇ ਕੌਤਕ ਤਾਂ ਵਰਤਦੇ ਰਹਿੰਦੇ ਆ। ਹੁਣ ਜਦੋਂ ਰਾਣੀ ਮੈਣੀ ਨੂੰ ਚਰਨਾਂ ਦੇ ਮੌਜੇ ਨਿੱਕੇ ਨਿੱਕੇ ਤੇ ਕਟਾਰ ਤੇ ਤਸਵੀਰ ਦੇ ਕੇ ਗਏ, ਕਹਿੰਦੇ ਧੂਪ ਬੱਤੀ ਜੋਤ ਕਰਿਆ ਕਰੋਗੇ। ਜਦੋਂ ਧੂਪ ਬੱਤੀ ਜੋਤ ਕਰਕੇ ਮੈਨੂੰ ਯਾਦ ਕਰਿਆ ਕਰੋਗੇ ਤਾਂ ਤੁਹਾਨੂੰ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਆਖੋ ਸਤਨਾਮ। ਅੱਗੇ ਇਤਿਹਾਸ ਸ਼ੁਰੂ ਹੁੰਦਾ। ਕਾਜੀ ਰਹੀਮ ਖਾਂ, ਕਰੀਮ ਖਾਂ ਨੇ ਗੁਰੂ ਜੀ ਨੂੰ ਬਾਗ ਭੇਟਾ ਕਰਨਾ। ਦੇਖੋ ਬਾਗ ਭੇਟਾ ਕਰ ਦਿੱਤਾ। ਮੁਸਲਮਾਨ ਸਨ ਕਾਜੀ ਰਹੀਮ ਖਾਂ ਤੇ ਕਰੀਮ ਖਾਂ, ਇਹ ਦੋਵੇਂ ਭਰਾ ਸਨ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਗ ਹੀ ਭੇਟਾ ਕਰ ਦਿੱਤਾ ਸੀ।
ਗੁਰਦੁਆਰਾ ਜਨਮ ਸਥਾਨ ਤੋਂ 2 ਮੀਲ ਪੂਰਬ ਦਿਸ਼ਾ ਵੱਲ ਕਾਜ਼ੀ ਕਰੀਮ ਖਾਂ ਦਾ ਇੱਕ ਸੁੱਕਾ ਹੋਇਆ ਬਾਗ ਸੀ। ਬਿਲਕੁਲ ਬਾਗ ਸੁੱਕਾ ਸੀ। ਇਸ ਬਾਗ ਵਿੱਚ ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕੁਝ ਸਮਾਂ ਬੈਠੇ ਸਨ, ਆਪ ਜੀ ਦੇ ਬੈਠਣ ਨਾਲ ਇਹ ਹਰਿਆ ਹੋ ਗਿਆ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੁਝ ਸਮਾਂ ਇਸ ਬਾਗ ਵਿੱਚ ਬੈਠੇ ਸਨ, ਆਪ ਜੀ ਦੇ ਬੈਠਣ ਨਾਲ ਇਹ ਹਰਾ ਭਰਾ ਹੋ ਗਿਆ ਸੀ, ਬਾਗ ਸੁੱਕਾ ਪਿਆ ਸੀ। ਇਸ ਕਰਕੇ ਇਹ ਗੁਰੂ ਘਰ ਤੇ ਬਹੁਤ ਸਰਧਾ ਰੱਖਦੇ ਸਨ। ਇਹਨਾਂ ਜਦ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ, ਤਾਂ ਬੜੇ ਪ੍ਰਸੰਨ ਹੋ ਕੇ ਇਹ ਆਪਣਾ ਬਾਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾ ਕਰ ਦਿੱਤਾ। ਆਖੋ ਸਤਨਾਮ। ਇਹ ਬਾਗ ਹੁਣ ਗੁਰਦੁਆਰਾ ਜਨਮ ਸਥਾਨ ਦੀ ਮਲਕੀਅਤ ਹੈ ਅਤੇ ਗੁਰੂ ਕਾ ਬਾਗ ਦੇ ਨਾਲ ਪ੍ਰਸਿੱਧ ਆ। ਗੁਰੂ ਕਾ ਬਾਗ ਦੇ ਨਾਮ ਦੇ ਉੱਤੇ ਪ੍ਰਸਿੱਧ ਹੈ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੰਜਾਬ ਜਾਣ ਦੀ ਸਿੱਖ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੰਜਾਬ ਗਿਆ ਲਗਭਗ 1 ਸਾਲ ਹੋ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੰਜਾਬ ਅਨੰਦਪੁਰ ਸਾਹਿਬ ਆਇਆ ਨੂੰ ਪਟਨੇ ਤੋਂ ਲਗਭਗ 1 ਸਾਲ ਹੋ ਗਿਆ, ਪਰ ਅਜੇ ਉਹਨਾਂ ਵੱਲੋਂ ਸਾਹਿਬਜ਼ਾਦੇ ਨੂੰ ਅਤੇ ਪਰਿਵਾਰ ਨੂੰ ਪੰਜਾਬ ਆਉਣ ਵਾਸਤੇ ਕੋਈ ਸੁਨੇਹਾ ਨਹੀਂ ਸੀ ਆਇਆ। ਇਸ ਕਰਕੇ ਸਾਹਿਬਜ਼ਾਦਾ ਜੀ ਮਾਤਾ ਨਾਨਕੀ ਜੀ ਨਾਲ ਸਲਾਹ ਕਰਦੇ ਰਹਿੰਦੇ ਸਨ ਕਿ ਅਸੀਂ ਹੁਣ ਛੇਤੀ ਤੋਂ ਛੇਤੀ ਪੰਜਾਬ ਜਾਣਾ ਚਾਹੁੰਦੇ ਹਾਂ, ਪਰ ਅਜੇ ਤੱਕ ਪਿਤਾ ਜੀ ਵੱਲੋਂ ਸਾਨੂੰ ਕੋਈ ਸੁਨੇਹਾ ਨਹੀਂ ਆਇਆ। ਪਿਤਾ ਜੀ ਕਹਿੰਦੇ ਸਨ ਕਿ ਪੰਜਾਬ ਦਾ ਹਾਲ ਚਾਲ ਵੇਖ ਕੇ ਅਸੀਂ ਤੁਹਾਨੂੰ ਛੇਤੀ ਹੀ ਪੰਜਾਬ ਆਉਣ ਵਾਸਤੇ ਸੱਦ ਲਵਾਂਗੇ, ਪਰ ਕੀ ਕਾਰਨ ਹੈ ਕਿ ਅਜੇ ਤੱਕ ਕਿਉਂ ਨਹੀਂ ਸੱਦਿਆ? ਸਾਲ ਹੋ ਚੱਲਿਆ ਪਿਤਾ ਜੀ ਨੂੰ ਗਿਆ ਕਿ ਹਜੇ ਤੱਕ ਸੱਦਿਆ ਨਹੀਂ ਹੈ। ਮਾਤਾ ਨਾਨਕੀ ਜੀ ਨੇ ਸਮਝਾਇਆ ਕਿ ਪੰਜਾਬ ਦੇਸ਼ ਵਿੱਚ ਬੜੇ ਝਗੜੇ ਹਨ, ਉੱਥੇ ਸਾਡਾ ਸ਼ਰੀਕ ਬੜਾ ਈਰਖਾਲੂ ਹੈ, ਈਰਖਾਬਾਦੀ ਹੋਣ ਕਰਕੇ ਦੁਖਦਾਈ ਹੈ। ਇੱਥੇ ਅਸੀਂ ਬੜੇ ਸੁੱਖ ਸ਼ਾਂਤੀ ਨਾਲ ਵਸ ਰਹੇ ਹਾਂ। ਜਦ ਕਿ ਤੁਸੀਂ ਸਿਆਣੇ ਨਾ ਹੋ ਜਾਵੋ, ਸਾਡਾ ਇੱਥੇ ਰਹਿਣਾ ਚੰਗਾ ਹੈ। ਮਾਤਾ ਜੀ ਕਹਿਣ ਲੱਗੇ ਜਦੋਂ ਤੁਸੀਂ ਥੋੜ੍ਹਾ ਜਿਹਾ ਸਿਆਣੇ ਹੋ ਗਏ ਉਦੋਂ ਤੱਕ ਆਪਾਂ ਇੱਥੇ ਹੀ ਰਹਾਂਗੇ, ਸਾਡਾ ਇੱਥੇ ਰਹਿਣਾ ਚੰਗਾ ਹੈ। ਇੱਥੋਂ ਦੀ ਸੰਗਤ ਸਰਧਾਵਾਨ ਹੈ, ਮਸੰਦ ਸਾਡੀ ਹਰ ਪ੍ਰਕਾਰ ਦੀ ਆਗਿਆ ਮੰਨਦੇ ਤੇ ਕਾਰ ਭੇਟਾ ਇਕੱਠੀ ਕਰਕੇ ਭੇਜਦੇ ਹਨ। ਸਾਨੂੰ ਪੰਜਾਬ ਜਾਣ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਮਾਤਾ ਜੀ ਇੱਧਰ ਦੇ ਲੋਕ ਸਵਾਰਥੀ ਹਨ, ਜੇ ਕੰਮ ਹੋਵੇ ਤਾਂ ਸਰਦਾ ਧਾਰ ਲੈਂਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਮਾਤਾ ਜੀ ਜਿਹੜੇ ਇੱਧਰਲੇ ਲੋਕ ਨੇ ਇਹ ਸਵਾਰਥੀ ਨੇ। ਜੇ ਤਾਂ ਆਪਣਾ ਕੰਮ, ਆਪਣੀ ਲੋੜ ਹੈ, ਕੋਈ ਇੱਛਾ ਹੈ ਤਾਂ ਸਰਦਾ ਧਾਰ ਲੈਂਦੇ ਨੇ, ਪਰ ਜੇ ਕੋਈ ਕੰਮ ਨਹੀਂ ਤਾਂ ਨੇੜੇ ਨਹੀਂ ਆਉਂਦੇ। ਇਸ ਤਰ੍ਹਾਂ ਦੇ ਲੋਕ ਨੇ ਮਸੰਦ ਬੇਈਮਾਨ ਹਨ, ਇਹਨਾਂ ਤੇ ਭਰੋਸਾ ਠੀਕ ਨਹੀਂ ਹੈ। ਇਹ ਗੁਰੂ ਕੀ ਕਾਰ ਭੇਟਾ ਇਕੱਠੀ ਕਰਕੇ ਬਹੁਤੀ ਆਪ ਖਾ ਜਾਂਦੇ ਨੇ ਤੇ ਥੋੜਾ ਨਾਮ ਮਾਤਰ ਸਾਨੂੰ ਭੇਜ ਦਿੰਦੇ ਨੇ। ਕਹਿੰਦੇ ਆਪ ਇਕੱਠੀ ਕਰਕੇ ਖਾ ਜਾਂਦੇ ਨੇ, ਵੀ ਸਾਡੇ ਕੋਲ ਤਾਂ ਥੋੜੀ ਭੇਜਦੇ ਨੇ। ਅੱਗੇ ਮਸੰਦਾਂ ਨੂੰ ਪਰਖਣ ਵਾਸਤੇ ਗੁਰੂ ਜੀ ਨੇ ਇੱਕ ਪਾਲਕੀ ਬਣਵਾਉਣੀ।
ਸਾਹਿਬਜ਼ਾਦੇ ਦੀ ਗੱਲ ਸੁਣ ਕੇ ਮਾਤਾ ਜੀ ਨੇ ਆਖਿਆ, ਬੇਟਾ ਮਸੰਦ ਬੜੇ ਇਮਾਨਦਾਰ ਹਨ, ਕਾਰ ਭੇਟਾ ਵਿੱਚ ਕੋਈ ਬੇਈਮਾਨੀ ਨਹੀਂ ਕਰਦੇ। ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦਾਂ ਦੀ ਬੇਈਮਾਨੀ ਮਾਤਾ ਜੀ ਨੂੰ ਦੱਸਣ ਵਾਸਤੇ ਢਾਕੇ ਦੇ ਇੱਕ ਮਸੰਦ ਬਲਾਕੀ ਦਾਸ ਨੂੰ ਹੁਕਮ ਭੇਜਿਆ ਕਿ ਸਾਡੇ ਵਾਸਤੇ ਇੱਕ ਸੁੰਦਰ ਪਾਲਕੀ ਜਿਸ ਨੂੰ 700 ਤੋਲਾ ਸਿਉਣਾ ਲੱਗਿਆ ਹੋਵੇ, ਉਹ ਸਮੇਂ ਦਾ 700 ਤੋਲਾ ਸਿਉਣਾ ਲੱਗਿਆ ਹੋਵੇ, ਬਣਵਾ ਕੇ ਛੇਤੀ ਹੀ ਭੇਜੋ। ਹੁਣ ਬਲਾਕੀ ਦਾਸ ਨੇ ਇਸ ਹੁਕਮ ਅਨੁਸਾਰ ਬੜੀ ਸੁੰਦਰ ਪਾਲਕੀ ਬਣਵਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਟਨੇ ਭੇਜ ਦਿੱਤੀ। ਪਾਲਕੀ ਵੇਖ ਕੇ ਮਾਤਾ ਜੀ ਨੇ ਕਿਹਾ, ਬੇਟਾ ਜੀ ਤੁਸੀਂ ਵੇਖ ਲਿਆ ਕਿ ਇਹ ਮਸੰਦ ਕਿਤਨੇ ਚੰਗੇ ਤੇ ਆਗਿਆਕਾਰੀ ਹਨ, ਤੁਹਾਡੇ ਹੁਕਮ ਦੀ ਪਾਲਣਾ ਇਹਨਾਂ ਨੇ ਕਿਤਨੀ ਛੇਤੀ ਕੀਤੀ ਆ। ਮਾਤਾ ਜੀ ਨੂੰ ਮਸੰਦਾਂ ਦੀ ਬੇਈਮਾਨੀ ਪ੍ਰਗਟ ਕਰਨ ਵਾਸਤੇ ਆਪ ਜੀ ਨੇ ਇੱਕ ਦਿਨ ਬਹੁਤ ਸਾਰੀਆਂ ਲੱਕੜਾਂ ਮੰਗਵਾ ਕੇ ਉਹਨਾਂ ਉੱਤੇ ਉਹ ਸੁੰਦਰ ਪਾਲਕੀ ਰੱਖ ਕੇ ਅੱਗ ਲਗਵਾ ਦਿੱਤੀ। 700 ਤੋਲਾ ਸਿਉਣਾ ਲੱਗਿਆ ਹੋਇਆ, ਪਰਖਣ ਵਾਸਤੇ ਲੱਕੜਾਂ ਮੰਗਵਾ ਕੇ ਉਹ ਪਾਲਕੀ ਲੱਕੜਾਂ ਮੰਗਵਾ ਕੇ ਉਹਨਾਂ ਉੱਤੇ ਉਹ ਸੁੰਦਰ ਪਾਲਕੀ ਰੱਖ ਕੇ ਅੱਗ ਲਵਾ ਕੇ ਸਾੜ ਦਿੱਤੀ। ਉਪਰੰਤ ਸੜੀ ਹੋਈ ਪਾਲਕੀ ਦੀ ਸੁਆਹ ਨੂੰ ਸਾਫ਼ ਕਰਕੇ ਉਸ ਵਿੱਚੋਂ ਸਿਉਣਾ ਵੱਖ ਕਰਕੇ ਜਦ ਤਲਾਇਆ ਗਿਆ ਤਾਂ ਕੇਵਲ 7 ਤੋਲੇ ਹੀ ਨਿਕਲੇ। ਆਖੋ ਸਤਨਾਮ। ਕੇਵਲ 70 ਤੋਲੇ ਹੀ ਸਿਉਣਾ ਨਿਕਲਿਆ। ਦੱਸਿਆ ਸੀ ਕਹਿੰਦੇ 700 ਤੋਲੇ ਦੀ ਆ, ਤੇ ਜਦੋਂ ਦੇਖਿਆ ਪਾਲਕੀ ਸੜ ਕੇ ਸਿਉਣਾ ਵੱਖ ਹੋ ਗਿਆ ਤਾਂ ਜਦੋਂ ਉਹਨੂੰ ਤੋਲਿਆ ਤੇ 70 ਤੋਲੇ ਹੀ ਨਿਕਲਿਆ, ਬਾਕੀ 630 ਤੋਲੇ ਪਿੱਤਲ ਨਿਕਲੇ। ਆਖੋ ਸਤਨਾਮ। ਆਪ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਤੁਹਾਡਾ ਸਭ ਤੋਂ ਵੱਡਾ ਤੇ ਇਤਵਾਰੀ ਮਸੰਦ ਹੈ, ਜਿਸ ਨੇ ਗੁਰੂ ਕੀ ਕਾਰ ਭੇਟਾ ਵਿੱਚੋਂ 700 ਤੋਲੇ ਦਾ ਮੁੱਲ ਕੱਟ ਕੇ ਪਾਲਕੀ ਨੂੰ ਕੇਵਲ 10ਵਾਂ ਹਿੱਸਾ ਹੀ 70 ਤੋਲੇ ਹੀ ਲਾਇਆ ਹੈ। ਇਹ ਮਸੰਦ ਵੱਡੇ ਬੇਈਮਾਨ ਹਨ, ਇਹਨਾਂ ਤੇ ਭਰੋਸਾ ਕਰਨਾ ਠੀਕ ਨਹੀਂ ਹੈ। ਹੁਣ ਪੰਜਾਬ ਤੋਂ ਚਿੱਠੀ ਦੀ ਉਡੀਕ, ਅੱਗੇ ਇਤਿਹਾਸ ਸ਼ੁਰੂ ਹੋ ਰਿਹਾ। ਪੰਜਾਬ ਤੋਂ ਚਿੱਠੀ ਦੀ ਉਡੀਕ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਜਾਬ ਜਾਣ ਵਾਸਤੇ ਨਿਤਾ ਪ੍ਰਤੀ ਮਾਤਾ ਜੀ ਨੂੰ ਜ਼ੋਰ ਦੇ ਰਹੇ ਸਨ, ਪਰ ਮਾਤਾ ਜੀ ਪੰਜਾਬ ਤੋਂ ਸਤਿਗੁਰੂ ਜੀ ਦੀ ਚਿੱਠੀ ਦੀ ਉਡੀਕ ਕਰ ਰਹੇ ਸਨ ਕਿ ਜਦੋਂ ਤੱਕ ਉਹ ਆਗਿਆ ਨਾ ਕਰਨ ਸਾਡਾ ਪਟਨੇ ਤੋਂ ਜਾਣਾ ਠੀਕ ਨਹੀਂ ਹੈ। ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਹੌਰ ਜਾਣ ਵਾਲੀ ਉਸ ਵਾਰਤਾ ਨੂੰ ਵੀ ਵਿਚਾਰਦੇ ਸਨ, ਜਦ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਲਾਹੌਰ ਸਿਹਾਰੀ ਮੱਲ ਦੇ ਲੜਕੇ ਦੀ ਸਾਦੀ ਉੱਤੇ ਭੇਜ ਕੇ ਹੁਕਮ ਕੀਤਾ ਸੀ ਕਿ ਸਾਡੇ ਬੁਲਾਏ ਤੋਂ ਬਿਨਾਂ ਤੁਸੀਂ ਲਾਹੌਰ ਨਹੀਂ ਆਉਣਾ ਹੋਵੇਗਾ। ਇਸ ਹੁਕਮ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭਾਵੇਂ 2 ਸਾਲ ਲਾਹੌਰ ਰਹਿਣਾ ਪਿਆ ਸੀ, ਪਰ ਉਹਨਾਂ ਨੇ ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਸੀ ਕੀਤੀ। ਜਿਹਦਾ ਫਲ ਇਹ ਹੋਇਆ ਕਿ ਆਪ ਜੀ ਦੇ ਵੱਡੇ ਭਾਈ ਪ੍ਰਿਥੀ ਚੰਦ ਦੀ ਸਖਤ ਵਿਰੋਧਤਾ
ਦੇ ਹੁੰਦਿਆਂ ਹੋਇਆਂ ਵੀ ਪਿਤਾ ਜੀ ਨੇ ਇਹਨਾਂ ਦੇ ਆਗਿਆ ਪਾਲਣ ਤੇ ਪ੍ਰਸੰਨ ਹੋ ਕੇ ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ। ਆਖੋ ਸਤਨਾਮ। ਸੋ ਵੱਡਿਆਂ ਦੀ ਆਗਿਆ ਦਾ ਪਾਲਣਾ ਕਰਨਾ ਸੁਪੁੱਤਰਾਂ ਦਾ ਇੱਕ ਸ੍ਰੇਸ਼ਟ ਗੁਣ ਹੁੰਦਾ ਹੈ, ਜਿਹਦੇ ਮਿੱਠੇ ਫਲ ਦੀ ਪ੍ਰਾਪਤੀ ਪਿੱਛੋਂ ਹੁੰਦੀ ਹੈ। ਇਉਂ ਗੱਲਾਂ ਕਰਕੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜਾਬ ਤੋਂ ਹੁਕਮ ਆਉਣ ਤੱਕ ਪਟਨੇ ਸਾਹਿਬ ਰਹਿਣ ਦੀ ਪ੍ਰੇਰਨਾ ਕਰਦੇ ਸਨ। ਪੰਜਾਬ ਤੋਂ ਚਿੱਠੀ ਆਉਣ ਦੀ ਤਿਆਰੀ, ਇਸ ਤਰ੍ਹਾਂ ਪੰਜਾਬ ਜਾਣ ਦੀਆਂ ਗੱਲਾਂ ਬਾਤਾਂ ਘਰ ਵਿੱਚ ਹੁੰਦੀਆਂ ਰਹਿੰਦੀਆਂ ਸਨ ਕਿ ਇੱਕ ਦਿਨ ਪੰਜਾਬ ਤੋਂ ਇੱਕ ਸਿੱਖ ਚਿੱਠੀ ਲੈ ਕੇ ਆ ਗਿਆ। ਅਨੰਦਪੁਰ ਸਾਹਿਬ ਤੋਂ ਇੱਕ ਸਿੱਖ ਚਿੱਠੀ ਲੈ ਕੇ ਆ ਗਿਆ, ਜਿਸ ਵਿੱਚ ਆਪਣੀ ਸੁਖ ਸ਼ਾਂਤੀ ਲਿਖਣ ਉਪਰੰਤ ਸਤਿਗੁਰੂ ਜੀ ਨੇ ਲਿਖਿਆ ਕਿ ਆਪਣੇ ਨਾਲ ਕੁਝ ਸਿੱਖ ਸੇਵਾਦਾਰ ਰਾਖੀ ਦੇ ਤੌਰ ਤੇ ਲੈ ਕੇ ਛੇਤੀ ਹੀ ਪੰਜਾਬ ਨੂੰ ਆ ਜਾਵੋ। ਰਸਤੇ ਵਿੱਚ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਮਨੋਰਥ ਪੂਰੇ ਕਰਦੇ ਹੋਏ ਆਰਾਮ ਨਾਲ ਹੌਲੀ ਹੌਲੀ ਪੜਾਈ ਚਲੇ ਆਓ। ਕਹਿੰਦੇ ਹੌਲੀ ਹੌਲੀ ਰੁਕਦੇ ਆਓ। ਇਹ ਚਿੱਠੀ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਹੋਰ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਅਤੇ ਪੰਜਾਬ ਜਾਣ ਵਾਸਤੇ ਤਿਆਰੀਆਂ ਆਰੰਭ ਕਰ ਦਿੱਤੀਆਂ। ਸਮਾਨ ਵਾਸਤੇ ਗੱਡੇ ਤੇ ਮਾਤਾ ਸਾਹਿਬਾਂ ਤੇ ਸਾਹਿਬਜ਼ਾਦੇ ਵਾਸਤੇ ਪਾਲਕੀ ਦਾ ਪ੍ਰਬੰਧ ਹੋਣ ਲੱਗਾ। ਤੁਰਨ ਸਮੇਂ ਪਟਨੇ ਦੀਆਂ ਸੰਗਤਾਂ ਦੀ ਪ੍ਰੇਮਮਈ ਭਾਵਨਾ ਵੇਖ ਕੇ ਆਪ ਜੀ ਨੇ ਆਪਣੀ ਨਿਸ਼ਾਨੀ ਵਜੋਂ ਉਹਨਾਂ ਨੂੰ ਆਪਣਾ ਬਚਪਨ ਦਾ ਇੱਕ ਪੰਘੂੜਾ, ਜਿਸ ਉੱਤੇ ਆਪ ਜੀ ਵਿਰਾਜਦੇ ਸਨ, ਤੇ 4 ਤੀਰ, ਇੱਕ ਛੋਟੀ ਤਲਵਾਰ ਤੇ ਇੱਕ ਛੋਟਾ ਖੰਡਾ, ਇੱਕ ਛੋਟੀ ਕਟਾਰ ਤੇ ਇੱਕ ਕੰਘਾ ਤੇ ਖੜਾਵਾਂ ਚੰਦਨ ਦੀਆਂ ਦਿੱਤੀਆਂ ਅਤੇ ਬਚਨ ਕੀਤਾ ਕਿ ਜਿਹੜਾ ਕੋਈ ਇਹਨਾਂ ਨੂੰ ਸਰਦਾ ਧਾਰ ਕੇ ਕੋਈ ਵੀ ਕਾਮਨਾ ਕਰੇਗਾ, ਕੋਈ ਵੀ ਮਨ ਦੀ ਇੱਛਾ ਕਰੇਗਾ, ਉਹਦੀ ਇੱਛਾ ਕਾਮਨਾ ਪੂਰੀ ਹੋਵੇਗੀ। ਇਹ ਆਪ ਜੀ ਦੀਆਂ ਯਾਦਗਾਰਾਂ, ਆਪ ਜੀ ਦੇ ਜਨਮ ਸਥਾਨ ਹਰਮੰਦਰ ਸਾਹਿਬ ਪਟਨੇ ਸਾਹਿਬ ਗੁਰਦੁਆਰਾ ਵਿੱਚ ਪਈਆਂ ਨੇ। ਆਖੋ ਸਤਨਾਮ। ਅੱਜ ਵੀ ਗੁਰਦੁਆਰਾ ਪਟਨਾ ਸਾਹਿਬ ਦੇ ਵਿੱਚ ਇਹ ਚੀਜ਼ਾਂ ਪਈਆਂ ਨੇ। ਮਹਾਰਾਜ ਜੀ ਦੇ ਛੋਟੇ ਹੁੰਦਿਆਂ ਦਾ ਜਿਹੜਾ ਪੰਘੂੜਾ ਸੀ, ਪੰਘੂੜਾ ਪਿਆ ਹੈ ਅਤੇ ਤੀਰ ਪਏ ਨੇ, ਛੋਟੀ ਤਲਵਾਰ ਪਈ ਆ, ਛੋਟਾ ਖੰਡਾ, ਛੋਟੀ ਕਟਾਰ, ਇੱਕ ਕੰਘਾ ਤੇ ਖੜਾਵਾਂ ਚੰਦਨ ਦੀਆਂ। ਇਹ ਸਾਰੇ ਪਟਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਭਾਇਮਾਨ ਹਨ। ਪਟਨੇ ਤੋਂ ਕਾਂਸੀ, ਹੁਣ ਪਟਨੇ ਤੋਂ ਚੱਲ ਕੇ ਕਾਂਸੀ ਪਹੁੰਚੇ। ਪਟਨੇ ਤੋਂ ਪੂਰੀ ਤਿਆਰੀ ਨਾਲ ਮਾਲ ਸਮਾਨ ਸਹਿਤ ਨਿੱਕੇ ਨਿੱਕੇ ਪੜਾ ਕਰਕੇ ਗੁਰੂ ਜੀ ਨੇ ਪਹਿਲਾ ਵੱਡਾ ਪੜਾਓ ਦੂਏ ਦਿਨ ਕਾਂਸੀ ਆਣ ਕੇ ਕੀਤਾ। ਇਸ ਸਥਾਨ ਪਰ ਸੰਮਤ 1722 ਵਿੱਚ ਪੰਜਾਬ ਤੋਂ ਆਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕੁਝ ਸਮਾਂ ਠਹਿਰੇ ਸਨ। ਇਸ ਸਥਾਨ ਤੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੰਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਚੋਲਾ ਅਤੇ 10ਵੇਂ ਗੁਰੂ ਜੀ ਦਾ ਪੈਰਾਂ ਦਾ ਜੋੜਾ ਇੱਥੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਸਨਮਾਨ ਨਾਲ ਰੱਖੇ ਹੋਏ ਹਨ। ਪੋਹ ਸੁਦੀ 7ਵੀਂ ਨੂੰ ਇੱਥੇ ਜੋੜ ਮੇਲਾ ਲੱਗਦਾ ਹੈ ਤੇ ਗੁਰੂ ਜੀ ਦੇ ਸਰਦਾਵਾਨ ਸਿੱਖ ਸੇਵਕਾਂ ਨੇ ਇੱਥੇ ਆਪ ਜੀ ਦਾ ਬਹੁਤ ਸਨਮਾਨ ਕੀਤਾ। ਧਨ ਆਦਿਕ ਨਾਲ ਬਹੁਤ ਸੇਵਾ ਕੀਤੀ। ਇੱਥੋਂ ਚੱਲ ਕੇ ਫਿਰ ਕਾਂਸੀ ਤੋਂ ਚੱਲ ਕੇ ਲਖਨੌਰ ਪਹੁੰਚੇ। ਆਓ ਬਾਕੀ ਅੱਗੇ ਫਿਰ ਸਤਿਗੁਰੂ ਜੀ ਕਿੱਥੇ ਕਿੱਥੇ ਗਏ, ਕਿਵੇਂ ਕੀ ਕੀਤਾ, ਕਿੰਨਾ ਸੰਗਤਾਂ ਨੂੰ ਤਾਰਿਆ, ਇਹ ਕੱਲ੍ਹ ਨੂੰ ਸਰਵਣ ਕਰਿਓ। ਕਾਂਸੀ ਤੋਂ ਲਾਹੌਰ
ਵਾਹਿਗੁਰੂ ਕਾਂਸੀ ਤੋਂ ਲਖਨੌਰ ਪਹੁੰਚੇ। ਇਹ ਵਿਚਾਰ ਇਤਿਹਾਸ ਆਪਾਂ ਕੱਲ੍ਹ ਵਿਚਾਰ ਕਰਾਂਗੇ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ 'ਤੇ ਮੇਰਾ ਹੱਥ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ। ਜੀ ਆਇਆਂ। ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ। ਜੋ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਲਾਈਵ ਟੈਲੀਕਾਸਟ ਗੁਰਬਾਣੀ YouTube Facebook ਦੇ ਉੱਪਰ ਵੇਖ ਰਹੇ ਹੋ, ਸਾਰਿਆਂ ਦਾ ਦੇਸਾਂ ਵਿਦੇਸਾਂ ਦੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ ਆ। ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਜੋ ਅੱਜ ਦੇਗ ਦੀ ਸੇਵਾ ਹੈ, ਸਰਦਾਰ ਇੰਦਰਜੀਤ ਸਿੰਘ ਜੀ ਸੁਪੁੱਤਰ ਸਰਦਾਰ ਪਿਆਰਾ ਸਿੰਘ ਜੀ, ਸਰਦਾਰ ਇੰਦਰਜੀਤ ਸਿੰਘ ਜੀ ਸੁਪੁੱਤਰ ਸਰਦਾਰ ਪਿਆਰਾ ਸਿੰਘ ਜੀ, ਇਹਨਾਂ ਪਰਿਵਾਰ ਵੱਲੋਂ ਅੱਜ ਦੇਗ ਦੀ ਸੇਵਾ ਹੈ। ਆਓ ਸ਼ਲੋਕ ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀ ਦੇ ਗੱਲ ਹੈ ਕਰਕੇ ਫਿਰ ਆਪੋ ਆਪਣੇ ਕਰੋ ਵਿਹਾਰ ਕਰਨੇ ਨੇ। ਸੋ ਅੱਜ ਦਿਨੇ ਜੋ ਸ੍ਰੀ ਸਹਿਜ ਪਾਠ ਸਾਹਿਬ ਰੱਖੇ ਹੋਏ ਨੇ, ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਦੇ ਪੁੱਤਰ ਦਾ ਵਿਆਹ, ਤੇ ਉਹਨਾਂ ਦੇ ਘਰ ਅੱਜ 9:30 ਵਜੇ ਭੋਗ ਪਾਏ ਜਾਣੇ ਨੇ। 9:30 ਵਜੇ ਤੋਂ ਲੈ ਕੇ 10:30-11 ਵਜੇ ਤੱਕ ਕਥਾ ਕੀਤੀ ਜਾਣੀ ਆ। ਸੋ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਪਰਿਵਾਰ ਵੱਲੋਂ, ਉਹ ਭਾਈ ਆਪਣਾ ਸਮੇਂ ਦੇ ਨਾਲ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ। ਆਓ ਸ਼ਲੋਕ ਦੇ ਵਿੱਚ ਬੋਲੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ